प्यारे विद्यार्थियों सत श्री अकाल। मैं प्रियंका महाजन साइंस मिस्ट्रैस गवर्नमेंट गर्ल सीनियर सैकेंडरी स्कूल लोहियां खास जलंधर ਤੁਹਾਡਾ ਅੱਜ ਦੀ ਸਾਇੰਸ ਦੀ ਆਨਲਾਈਨ ਕਲਾਸ ਵਿੱਚ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਬੇਟਾ ਕੁਝ ਦਿਨ ਪਹਿਲਾਂ ਹੀ ਤੁਸੀਂ ਬਾਈ ਮੰਥਲੀ ਐਗਜ਼ਾਮ ਦਿੱਤੇ ਹੈ ਤੇ ਅੱਜ ਮੈਂ ਤੁਹਾਨੂੰ ਤੁਹਾਡੇ ਸਾਇੰਸ ਦੇ ਪੇਪਰ ਦਾ ਸੋਲੂਸ਼ਨ ਜਿਹੜਾ ਉਹ ਕਰਵਾਵਾਂਗੀ ਤੇ ਚਲੋ ਅਸੀਂ ਆਪਣਾ ਕੰਮ ਸ਼ੁਰੂ ਕਰੀਏ ਬੇਟਾ। So beta, our first question is Sanjeev's mother brought some tablets of camphor from bazaar and put these in open container. After a few days, Sanjeev noticed that size of camphor tablets decreased. Under which phenomena it happened? ਸੰਜੀਵ ਦੇ ਮਾਤਾ ਜੀ ਬਾਜ਼ਾਰ ਤੋਂ ਕਪੂਰ ਦੀਆਂ ਟਿੱਕੀਆਂ ਲੈ ਕੇ ਆਏ ਅਤੇ ਇਸ ਨੂੰ ਖੁੱਲ੍ਹੇ ਬਰਤਨ ਵਿੱਚ ਰੱਖ ਦਿੱਤਾ। ਸੰਜੀਵ ਨੇ ਕੁਝ ਦਿਨਾਂ ਬਾਅਦ ਦੇਖਿਆ ਕਿ ਕਪੂਰ ਦੀਆਂ ਟਿੱਕੀਆਂ ਦਾ ਆਕਾਰ ਘਟ ਗਿਆ ਹੈ। ਅਜਿਹਾ ਕਿਸ ਪ੍ਰਕਿਰਿਆ ਕਰਕੇ ਹੋਇਆ? ਬੇਟੇ ਆਪਸ਼ਨਸ ਆਰ ਇਵੈਪੋਰੇਸ਼ਨ ਵਾਸ਼ਪੀਕਰਨ, ਸਬਲੀਮੇਸ਼ਨ ਜ਼ੋਹਰ ਉਡਾਉਣਾ, ਕੰਡੈਂਸੇਸ਼ਨ ਸੰਘਨਨ, ट्रांसपीरेशन वाशप उत्सर्जन। बेटे तुसी सब जानते हो अजिहा सबलीमेशन करके होया। सो राइट ऑप्शन इज बी सबलीमेशन एड़ा जोहर उड़ाना। सेकंड क्वेश्चन, राम learned through a TV lecture that one of the cell organelle is only found in plant cell. What is that organelle according to you? ਰਾਮ ਨੇ ਟੀਵੀ ਲੈਕਚਰ ਰਾਹੀਂ ਸਿੱਖਿਆ ਕਿ ਸੈੱਲ ਦਾ ਇੱਕ ਨਿੱਕੜਾ ਅੰਗ ਕੇਵਲ ਪੌਦਾ ਸੈੱਲ ਵਿੱਚ ਪਾਇਆ ਜਾਂਦਾ ਹੈ। ਤੁਹਾਡੇ ਅਨੁਸਾਰ ਇਹ ਨਿੱਕੜਾ ਅੰਗ ਕਿਹੜਾ ਹੈ? ਆਪਸ਼ਨਸ ਆਰ ਪਲਾਸਟਿਡਸ, ਮਾਈਟੋਕੌਂਡਰੀਆ, ਲਾਈਸੋਜ਼ੋਮ, ਗੋਲਜੀ ਐਪਰੇਟਸ। ਸੋ ਬੇਟਾ ਰਾਈਟ ਆਪਸ਼ਨ ਇਜ਼ ਏ ਆਪਸ਼ਨ ਪਲਾਸਟਿਡਸ। ਜਿਹੜੇ ਪਲਾਸਟਿਡ ਹਨ ਉਹ ਸਿਰਫ ਪੌਦਾ ਸੈੱਲ ਵਿੱਚ ਪਾਏ ਜਾਂਦੇ ਹਨ, ਉਹ ਜੰਤੂ ਸੈੱਲ ਵਿੱਚ ਨਹੀਂ ਪਾਏ ਜਾਂਦੇ। Next question, Sachin hits a cricket ball which then rolls on a level ground. After covering a short distance, the ball comes to rest. The ball stopped because ਸਚਿਨ ਦੁਆਰਾ ਕ੍ਰਿਕਟ ਦੀ ਗੇਂਦ ਨੂੰ ਜ਼ੋਰ ਦੀ ਮਾਰਨ ਨਾਲ ਉਹ ਜ਼ਮੀਨ 'ਤੇ ਲੁੜਕਦੀ ਹੈ। ਕੁਝ ਦੂਰੀ ਚੱਲਣ ਦੇ ਬਾਅਦ ਗੇਂਦ ਰੁਕ ਜਾਂਦੀ ਹੈ ਕਿਉਂਕਿ ਬੇਟਾ ਆਪਸ਼ਨਸ ਆਰ ਸਚਿਨ ਡਿਡ ਨਾਟ ਹਿੱਟ ਦ ਬਾਲ ਹਾਰਡ ਇਨਫ। ਸਚਿਨ ਨੇ ਗੇਂਦ ਨੂੰ ਪੂਰੇ ਜ਼ੋਰ ਨਾਲ ਹਿੱਟ ਨਹੀਂ ਕੀਤਾ। ਸੈਕਿੰਡ ਆਪਸ਼ਨ ਇਜ਼ ਵੈਲੋਸਿਟੀ ਇਜ਼ ਪ੍ਰਪੋਰਸ਼ਨਲ ਟੂ ਦ ਫੋਰਸ ਐਗਜ਼ਰਟਿਡ ਔਨ ਦ ਬਾਲ। ਵੇਗ ਗੇਂਦ 'ਤੇ ਲਗਾਏ ਗਏ ਬਲ ਦੇ ਸਮਾਨ ਅਨੁਪਾਤੀ ਹੈ। ਥਰਡ ਆਪਸ਼ਨ ਇਜ਼ ਦੇਅਰ ਇਜ਼ ਅ ਫੋਰਸ ਆਫ ਫ੍ਰਿਕਸ਼ਨ ਔਨ ਦ ਬਾਲ ਓਪੋਜ਼ਿੰਗ ਦ ਮੋਸ਼ਨ। ਗੇਂਦ 'ਤੇ ਗਤੀ ਦੀ ਦਿਸ਼ਾ ਦੇ ਉਲਟ ਇੱਕ ਰਗੜ ਬਲ ਕਾਰਜ ਕਰਦਾ ਹੈ। ਐਂਡ ਲਾਸਟ ਆਪਸ਼ਨ ਇਜ਼ देयर इज़ नो अनबैलेंस्ड फोर्स ऑन द बॉल। गेंद पे कोई असंतुलित बल काम नहीं कर रहा। बेटा राइट ऑप्शन इज सी ऑप्शन, देयर इज़ अ फोर्स ऑफ फ्रिक्शन ऑन द बॉल अपोजिंग द मोशन। गेंद ते गति दे उलट एक रगड़ बल कारज करता है जिस करके वो लुढ़कती हुई जिहड़ी गेंद है वो रुक जाती है। सो सी ऑप्शन इज राइट ऑप्शन। नेक्स्ट क्वेश्चन, the normal human body temperature is 37 degrees Celsius. What it would be in Kelvin scale? ਸਾਧਾਰਨ ਮਨੁੱਖੀ ਸਰੀਰ ਦਾ ਤਾਪਮਾਨ 37 ਡਿਗਰੀ ਸੈਲਸੀਅਸ ਹੁੰਦਾ ਹੈ। ਕੈਲਵਿਨ ਸਕੇਲ ਵਿੱਚ ਇਹ ਤਾਪਮਾਨ ਕਿੰਨਾ ਹੋਵੇਗਾ? ਬੇਟਾ ਜਦੋਂ ਵੀ ਤੁਸੀਂ ਕਿਸੇ ਡਿਗਰੀ ਸੈਲਸੀਅਸ ਵਾਲੀ ਵੈਲਿਊ ਨੂੰ ਕੈਲਵਿਨ ਸਕੇਲ ਵਿੱਚ ਬਦਲਣਾ ਹੈ ਤਾਂ ਤੁਸੀਂ ਉਸ ਵੈਲਿਊ ਵਿੱਚ 273 ਪਲੱਸ ਕਰਨਾ ਹੈ। ਹੁਣ ਸਾਡੇ ਕੋਲ ਸੀ 37, ਤੁਸੀਂ ਇਸ ਵਿੱਚ ਪਲੱਸ ਕਰੋ 273 ਅਤੇ ਬੇਟੇ ਤੁਹਾਡੇ ਕੋਲ ਆ ਜਾਏਗਾ 310। ਇਹ ਤੁਸੀਂ ਡਿਗਰੀ ਸੈਲਸੀਅਸ ਨੂੰ ਕੈਲਵਿਨ ਵਿੱਚ ਬਦਲਿਆ, ਇਸ ਕਰਕੇ 310 ਕੈਲਵਿਨ ਜਿਹੜਾ ਉਹ ਤੁਹਾਡਾ ਰਾਈਟ ਆਨਸਰ ਆਏਗਾ। ਸੋ ਬੀ ਆਪਸ਼ਨ ਇਜ਼ ਰਾਈਟ ਆਨਸਰ 310 ਕੈਲਵਿਨ। Fifth question, solution of iodine in alcohol known as tincture of iodine. Find the solute and solvent. ਆਇਓਡੀਨ ਅਤੇ ਐਲਕੋਹਲ ਦੇ ਘੋਲ ਨੂੰ ਟਿੰਚਰ ਆਇਓਡੀਨ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਸ ਵਿੱਚ ਘੁਲਿਤ ਅਤੇ ਘੋਲਕ ਪਤਾ ਕਰੋ। ਬੇਟੇ ਤੁਸੀਂ ਸਾਰੇ ਜਾਣਦੇ ਹੋ ਘੁਲਿਤ ਉਹ ਚੀਜ਼ ਹੁੰਦੀ ਹੈ ਜਿਸ ਨੂੰ ਘੋਲਿਆ ਜਾਂਦਾ, ਜਿਹੜੀ ਸਮੋਲ ਕੁਆਂਟੀਟੀ ਵਿੱਚ ਹੁੰਦੀ ਹੈ ਸੋਲਿਊਟ, ਅਤੇ ਘੋਲਕ ਉਹ ਚੀਜ਼ ਹੈ ਜਿਸ ਵਿੱਚ ਅਸੀਂ ਘੁਲਿਤ ਨੂੰ ਘੋਲਦੇ ਹਾਂ, ਮਤਲਬ ਘੋਲਕ ਲਾਰਜ ਕੁਆਂਟੀਟੀ ਵਿੱਚ ਹੁੰਦਾ, ਘੋਲਕ ਸੋਲਵੈਂਟ ਹੋ ਗਿਆ। ਹੁਣ ਜਿਹੜਾ ਟਿੰਕਚਰ ਆਇਓਡੀਨ ਦਾ ਸੋਲਿਊਸ਼ਨ ਹੁੰਦਾ ਹੈ ਉਸ ਵਿੱਚ ਆਇਓਡੀਨ ਜਿਹੜੀ ਹੈ ਉਹ ਘੁਲਿਤ ਹੁੰਦੀ ਹੈ, ਸੋਲਿਊਟ ਹੁੰਦੀ ਹੈ, ਅਤੇ ਐਲਕੋਹਲ ਜਿਹੜੀ ਹੈ ਉਹ ਘੋਲਕ ਹੁੰਦੀ ਹੈ, ਸੋਲਵੈਂਟ ਹੁੰਦੀ ਹੈ। ਸੋ ਆਵਰ ਰਾਈਟ ਆਪਸ਼ਨ ਇਜ਼ ਏ ਆਪਸ਼ਨ, ਆਇਓਡੀਨ ਇਜ਼ ਦਾ ਸੋਲਿਊਟ ਐਂਡ ਐਲਕੋਹਲ ਇਜ਼ ਦਾ ਸੋਲਵੈਂਟ। ਆਇਓਡੀਨ ਘੁਲਿਤ ਹੈ ਅਤੇ ਐਲਕੋਹਲ ਘੋਲਕ ਹੈ। Next question. During summer, water kept in an earthen pot becomes cool because of which phenomena? ਗਰਮੀਆਂ ਨੂੰ ਮਿੱਟੀ ਦੇ ਘੜੇ ਵਿੱਚ ਰੱਖਿਆ ਪਾਣੀ ਠੰਡਾ ਹੋ ਜਾਂਦਾ ਹੈ। ਅਜਿਹਾ ਕਿਸ ਪ੍ਰਕਿਰਿਆ ਕਰਕੇ ਹੁੰਦਾ ਹੈ? ਆਪਸ਼ਨਸ ਆਰ ਡਿਫਿਊਜ਼ਨ ਪ੍ਰਸਰਨ, ਟਰਾਂਸਪੀਰੇਸ਼ਨ ਵਾਸ਼ਪ ਉਤਸਰਜਨ, ਕੰਡੈਂਸੇਸ਼ਨ ਸੰਘਨਨ, ਇਵੈਪੋਰੇਸ਼ਨ ਵਾਸ਼ਪੀਕਰਨ। ਬੇਟੇ ਤੁਸੀਂ ਸਭ ਜਾਣਦੇ ਹੋ ਇਹ ਇਵੈਪੋਰੇਸ਼ਨ ਵਾਸ਼ਪੀਕਰਨ ਕਰਕੇ ਹੁੰਦਾ ਹੈ। ਜਿਹੜਾ ਘੜਾ ਹੁੰਦਾ ਹੈ ਉਸ ਵਿੱਚ ਛੋਟੇ ਛੋਟੇ ਛੇਦ ਹੁੰਦੇ ਹਨ ਜਿਸ ਵਿੱਚੋਂ ਪਾਣੀ ਵਾਸ਼ਪੀਕ੍ਰਿਤ ਹੋ ਜਾਂਦਾ ਹੈ ਅਤੇ ਘੜੇ ਦੇ ਅੰਦਰ ਦਾ ਪਾਣੀ ਠੰਡਾ ਰਹਿੰਦਾ ਹੈ। ਨੈਕਸਟ ਕੁਐਸਚਨ, which separation technique will Anil apply for the separation of butter from curd? ਦਹੀਂ ਵਿੱਚੋਂ ਮੱਖਣ ਕੱਢਣ ਲਈ ਅਨਿਲ ਨਿਖੇੜਨ ਦੀ ਕਿਹੜੀ ਵਿਧੀ ਵਰਤੇਗਾ? ਸੋ ਆਪਸ਼ਨਸ ਆਰ ਸੈਂਟਰੀਫਿਊਗੇਸ਼ਨ ਅਪਕੇਂਦਰਨ, ਡਿਸਟਿਲੇਸ਼ਨ ਕਸ਼ੀਦਨ, ਕ੍ਰੋਮੈਟੋਗ੍ਰਾਫੀ, ਸਬਲੀਮੇਸ਼ਨ ਜ਼ੋਹਰ ਉਡਾਣਾ। ਬੇਟਾ ਤੁਹਾਨੂੰ ਪਤਾ ਜਦੋਂ ਦਹੀਂ ਵਿੱਚੋਂ ਮੱਖਣ ਕੱਢਿਆ ਜਾਂਦਾ ਹੈ ਤਾਂ ਤੁਸੀਂ ਉਸਨੂੰ ਰਿੜਕਦੇ ਹੋ ਨਾ, ਇਸ ਵਿਧੀ ਨੂੰ ਸੈਂਟਰੀਫਿਊਗੇਸ਼ਨ ਅਪਕੇਂਦਰਨ ਵਿਧੀ ਕਹਿੰਦੇ ਹਨ। ਸੋ ਇਹਦਾ ਸਹੀ ਜਿਹੜਾ ਆਨਸਰ ਹੈ ਉਹ ਹੈ ਏ, ਅਪਕੇਂਦਰਨ ਸੈਂਟਰੀਫਿਊਗੇਸ਼ਨ। ਨੈਕਸਟ ਕੁਐਸਚਨ, ਦ ਰੇਟ ਆਫ ਚੇਂਜ ਆਫ ਵੈਲੋਸਿਟੀ ਇਜ਼ ਕਾਲਡ ਡੈਸ਼। ਪ੍ਰਤੀ ਇਕਾਈ ਸਮੇਂ ਵਿੱਚ ਵੇਗ ਦੇ ਪਰਿਵਰਤਨ ਨੂੰ ਡੈਸ਼ ਆਖਦੇ ਹਨ। ਬੇਟੇ ਤੁਸੀਂ ਸਾਰੇ ਪ੍ਰਵੇਗ ਦੀ ਪਰਿਭਾਸ਼ਾ ਜਾਣਦੇ ਹੋ। ਦ ਰੇਟ ਆਫ ਚੇਂਜ ਆਫ ਵੈਲੋਸਿਟੀ ਇਜ਼ ਕਾਲਡ ਐਸਲਰੇਸ਼ਨ। ਪ੍ਰਤੀ ਇਕਾਈ ਸਮੇਂ ਵਿੱਚ ਵੇਗ ਦੇ ਪਰਿਵਰਤਨ ਨੂੰ ਪ੍ਰਵੇਗ ਕਿਹਾ ਜਾਂਦਾ ਹੈ। ਸੋ ਸੀ ਆਪਸ਼ਨ ਇਜ਼ ਰਾਈਟ ਆਪਸ਼ਨ, ਐਸਲਰੇਸ਼ਨ ਪ੍ਰਵੇਗ। ਨੈਕਸਟ ਕੁਐਸਚਨ, a motorboat starting from rest on a lake accelerates in a straight line at a constant rate of 3 meters per second square for 8 seconds. How far the boat travel during this time? ਬੇਟਾ ਇੱਕ ਮੋਟਰਬੋਟ ਇੱਕ ਝੀਲ ਵਿੱਚ ਵਿਰਾਮ ਅਵਸਥਾ ਤੋਂ ਸ਼ੁਰੂ ਹੋ ਕੇ ਇੱਕ ਸਿੱਧੀ ਰੇਖਾ ਵਿੱਚ ਗਤੀ ਕਰਦਿਆਂ 3 ਮੀਟਰ ਪ੍ਰਤੀ ਸੈਕਿੰਡ ਸਕੁਆਇਰ ਦੇ ਸਥਿਰ ਪ੍ਰਵੇਗ ਨਾਲ 8 ਸੈਕਿੰਡ ਤੱਕ ਚੱਲਦੀ ਹੈ। ਇਸ ਸਮੇਂ ਅੰਤਰਾਲ ਵਿੱਚ ਬੋਟ ਕਿੰਨੀ ਦੂਰੀ ਤੈਅ ਕਰਦੀ ਹੈ? ਬੇਟਾ ਸਭ ਤੋਂ ਪਹਿਲਾਂ ਤੁਹਾਨੂੰ ਦਿੱਤਾ ਗਿਆ ਹੈ ਕਿ ਜਿਹੜੀ ਬੋਟ ਹੈ ਉਹ ਵਿਰਾਮ ਅਵਸਥਾ ਤੋਂ ਸ਼ੁਰੂ ਹੁੰਦੀ ਹੈ। ਕਿਉਂਕਿ ਬੋਟ ਵਿਰਾਮ ਅਵਸਥਾ ਤੋਂ ਸ਼ੁਰੂ ਹੁੰਦੀ ਹੈ ਇਸ ਕਰਕੇ ਸਾਨੂੰ ਜਿਹੜਾ ਆਰੰਭਿਕ ਵੇਗ ਹੈ ਯੂ ਉਹ ਦਿੱਤਾ ਹੋਇਆ 0 ਮੀਟਰ ਪਰ ਸੈਕਿੰਡ। ਉਸ ਤੋਂ ਬਾਅਦ ਇਹਨਾਂ ਨੇ ਬੋਲਿਆ ਕਿ ਉਸ ਵਿੱਚ ਪ੍ਰਵੇਗ ਹੈ 3 ਮੀਟਰ ਪ੍ਰਤੀ ਸੈਕਿੰਡ ਸਕੁਆਇਰ। ਸੋ ਏ ਦੀ ਵੈਲਿਊ ਐਸਲਰੇਸ਼ਨ ਏ ਪ੍ਰਵੇਗ ਹੋ ਗਿਆ 3 ਮੀਟਰ ਪ੍ਰਤੀ ਸੈਕਿੰਡ ਸਕੁਆਇਰ। ਫਿਰ ਸਾਨੂੰ ਸਮਾਂ ਦਿੱਤਾ ਹੋਇਆ 8 ਸੈਕਿੰਡ, ਸੋ ਟਾਈਮ ਇਜ਼ 8 ਸੈਕਿੰਡ। ਅਸੀਂ ਪਤਾ ਕਰਨੀ ਹੈ ਦੂਰੀ, ਡਿਸਟੈਂਸ ਟਰੈਵਲਡ। ਸੋ ਐਸ ਸਾਨੂੰ ਪਤਾ ਕਰਨਾ ਹੈ, ਯੂ ਏ ਟੀ ਦਿੱਤੇ ਹੈ, ਐਸ ਪਤਾ ਕਰਨਾ ਹੈ। ਇਸ ਕਰਕੇ ਅਸੀਂ ਇਹ ਫਾਰਮੂਲਾ ਲਾਵਾਂਗੇ ਐਸ ਇਜ਼ ਇਕੁਅਲ ਟੂ ਯੂ ਟੀ ਜਮਾ ਹਾਫ 80 ਸਕੁਆਇਰ, ਐਸ ਇਜ਼ ਇਕੁਅਲ ਟੂ ਯੂ ਟੀ ਪਲਸ ਹਾਫ 80 ਸਕੁਆਇਰ। ਬੇਟੇ ਯੂ ਦੀ ਵੈਲਿਊ ਤੁਸੀਂ 0 ਭਰਤੀ, ਟੀ ਦੀ ਵੈਲਿਊ 8, ਫਿਰ ਪਲਸ ਐਜ਼ ਇਟ ਇਜ਼ ਲਿਖਿਆ 1/2 ਮਲਟੀਪਲਾਈ ਏ ਦੀ ਵੈਲਿਊ 3 ਭਰੀ, ਫਿਰ ਮਲਟੀਪਲਾਈ ਟੀ ਦਾ ਸਕੁਆਇਰ ਹੈ ਅਸੀਂ ਟੀ ਦੀ ਵੈਲਿਊ 8 ਭਰੀ ਅਤੇ ਉੱਪਰ ਸਕੁਆਇਰ ਲਾਤਾ। 0 ਨੂੰ ਤੁਸੀਂ 8 ਨਾਲ ਗੁਣਾ ਕੀਤਾ, ਯੂ ਹੈਵ 0 ਹੇਅਰ, ਪਲਸ ਹਾਫ ਮਲਟੀਪਲਾਈ 3, 8 ਦੀ ਸਕੁਆਇਰ ਸੀ ਇਸ ਕਰਕੇ ਉਸਨੂੰ 8 ਗੁਣਾ 8 ਕਰ ਲਿਖਿਆ ਤੁਸੀਂ। ਫਿਰ ਤੁਸੀਂ ਕੱਟਿਆ 2 ਦੇ ਟੇਬਲ ਨਾਲ ਇਸ 8 ਨੂੰ, ਯੂ ਹੈਵ 4 ਹੇਅਰ, ਦੈਨ ਯੂ ਹੈਵ 3 ਮਲਟੀਪਲਾਈ 4 ਮਲਟੀਪਲਾਈ 8, ਫਿਰ ਇਹਨਾਂ ਨੂੰ ਤੁਸੀਂ ਗੁਣਾ ਕੀਤਾ, 3 ਗੁਣਾ 4 ਹੋ ਗਿਆ ਤੁਹਾਡਾ 12, 12 ਨੂੰ 8 ਨਾਲ ਤੁਸੀਂ ਗੁਣਾ ਕੀਤਾ ਅਤੇ 96, ਕਿਉਂਕਿ ਦੂਰੀ ਸੀ ਇਸ ਕਰਕੇ ਨਾਲ ਯੂਨਿਟਸ ਆ ਗਈਆਂ ਮੀਟਰ। 96 ਮੀਟਰ ਇਜ਼ ਯੋਰ ਫਾਈਨਲ ਆਂਸਰ। ਨੈਕਸਟ, which organelle is known as power house of a cell and why? ਸੈੱਲ ਦੇ ਕਿਹੜੇ ਨਿੱਕੜੇ ਅੰਗ ਨੂੰ ਸੈੱਲ ਦਾ ਸ਼ਕਤੀ ਘਰ ਕਿਹਾ ਜਾਂਦਾ ਹੈ ਅਤੇ ਕਿਉਂ? ਬੇਟਾ
ਮਾਈਟੋਕੌਂਡਰੀਆ ਨੂੰ ਪਾਵਰ ਹਾਊਸ ਆਫ ਸੈੱਲ ਕਿਹਾ ਜਾਂਦਾ ਹੈ। ਮਤਲਬ ਮਾਈਟੋਕੌਂਡਰੀਆ ਸੈੱਲ ਦਾ ਇੱਕ ਨਿੱਕੜਾ ਅੰਗ ਹੈ ਜਿਸ ਨੂੰ ਸੈੱਲ ਦਾ ਸ਼ਕਤੀ ਘਰ ਕਿਹਾ ਜਾਂਦਾ ਹੈ। ਸੋ ਆਨਸਰ ਦੇਖੋ, ਮਾਈਟੋਕੌਂਡਰੀਆ ਆਰ ਨੋਨ ਐਜ਼ ਪਾਵਰ ਹਾਊਸ ਆਫ ਦ ਸੈੱਲ ਬਿਕੋਜ਼ ਦੇ ਪ੍ਰੋਡਿਊਸ ATP which is an energy dense molecule responsible for powering most cellular processes in a living organism। ਮਾਈਟੋਕੌਂਡਰੀਆ ਨੂੰ ਸੈੱਲ ਦਾ ਸ਼ਕਤੀ ਘਰ ਕਿਹਾ ਜਾਂਦਾ ਹੈ ਕਿਉਂਕਿ ਇਸ ਵਿੱਚ ATP ਦੇ ਰੂਪ ਵਿੱਚ ਊਰਜਾ ਪੈਦਾ ਹੁੰਦੀ ਹੈ। ਬੇਟੇ ATP ਮੋਲੀਕਿਊਲ ਜਿਹੜਾ ਹੈ ਉਹ ਮਾਈਟੋਕੌਂਡਰੀਆ ਵਿੱਚ ਪ੍ਰੋਡਿਊਸ ਹੁੰਦਾ ਹੈ ਅਤੇ ਉਹ ਜਿਹੜਾ ਹੈ ਐਨਰਜੀ ਡੈਂਸ ਮੋਲੀਕਿਊਲ ਹੈ, ਉਸ ਤੋਂ ਸੈੱਲ ਨੂੰ ਊਰਜਾ ਪ੍ਰਾਪਤ ਹੁੰਦੀ ਹੈ। ਇਹ ਊਰਜਾ ਸੈੱਲ ਵਿੱਚ ਹੋਣ ਵਾਲੇ ਵੱਖ-ਵੱਖ ਕਾਰਜਾਂ ਲਈ ਵਰਤੀ ਜਾਂਦੀ ਹੈ। ਇਸ ਕਰਕੇ ਮਾਈਟੋਕੌਂਡਰੀਆ ਨੂੰ ਸੈੱਲ ਦਾ ਸ਼ਕਤੀ ਘਰ ਕਿਹਾ ਜਾਂਦਾ ਹੈ। ਮਾਈਟੋਕੌਂਡਰੀਆ ਆਰ ਨੋਨ ਐਜ਼ ਪਾਵਰ ਹਾਊਸ ਆਫ ਅ ਸੈੱਲ। ਨੈਕਸਟ ਲੇਬਲ ਕਰਨਾ ਬੇਟੇ ਡਾਇਗਰਾਮ। ਤੁਹਾਨੂੰ ਇਹ ਪੌਦਾ ਸੈੱਲ ਦਿੱਤਾ ਹੋਇਆ ਹੈ, ਤੁਹਾਨੂੰ ਲੇਬਲ ਕਰਨ ਨੂੰ ਬੋਲਿਆ, ਤੁਹਾਨੂੰ ਬੋਲਿਆ ਕਿ ABCD ਜਿਹੜੇ ਭਾਗ ਹਨ ਇਹਨਾਂ ਨੂੰ ਲੇਬਲ ਕਰੋ, ਇਹਨਾਂ ਦੇ ਨਾਂ ਦੱਸਣੇ ਹੈ। ਬੇਟੇ ਜਿਹੜਾ A ਭਾਗ ਹੈ ਉਹ ਹੈ ਕਲੋਰੋਪਲਾਸਟ, ਦੈਨ B ਇਜ਼ ਨਿਊਕਲੀਅਸ ਕੇਂਦਰਕ, ਨਾਓ C is Golgi apparatus, Golgi ਕਾਇਆਵਾਂ, ਐਂਡ D is ਮਾਈਟੋਕੌਂਡਰੀਆ। ਸੋ ਬੇਟਾ ਲੇਬਲਿੰਗ ਤੇ ਤੁਹਾਨੂੰ ਹੁਣ ਕਰਨੀ ਆ ਗਈ। ਨੈਕਸਟ ਕੁਐਸਚਨ, ਰਾਈਟ ਐਨੀ 3 differences between mixture and compound। ਮਿਸ਼ਰਣ ਅਤੇ ਯੌਗਿਕ ਵਿੱਚ ਕੋਈ 3 ਅੰਤਰ ਦੱਸੋ। ਸੋ ਬੇਟਾ ਪਹਿਲਾ ਪੁਆਇੰਟ ਦੇਖੋ, ਮਿਕਸਚਰ ਵਿੱਚ elements or compounds just mix together to form a mixture and no new compound is formed। ਦੋ ਜਾਂ ਦੋ ਤੋਂ ਵੱਧ ਤੱਤ ਜਾਂ ਯੌਗਿਕ ਕੇਵਲ ਮਿਸ਼ਰਣ ਬਣਾਉਣ ਦੇ ਲਈ ਮਿਲਦੇ ਹਨ ਪਰ ਕਿਸੇ ਵੀ ਨਵੇਂ ਯੌਗਿਕ ਦਾ ਨਿਰਮਾਣ ਨਹੀਂ ਕਰਦੇ। ਕੰਪਾਊਂਡਸ ਵਿੱਚ ਦੇਖੋ ਪਹਿਲਾ ਪੁਆਇੰਟ, ਐਲੀਮੈਂਟਸ ਰਿਐਕਟ ਟੂ ਫਾਰਮ ਨਿਊ ਕੰਪਾਊਂਡਸ। ਦੋ ਜਾਂ ਦੋ ਤੋਂ ਵੱਧ ਤੱਤ ਇੱਕ ਖਾਸ ਅਨੁਪਾਤ ਵਿੱਚ ਕਿਰਿਆ ਕਰਕੇ ਨਵੇਂ ਯੌਗਿਕ ਦਾ ਨਿਰਮਾਣ ਕਰਦੇ ਹਨ। ਮਿਕਸਚਰ ਜਿਹੜਾ ਹੈ ਮਿਸ਼ਰਣ, ਉਸ ਵਿੱਚ ਨਵੇਂ ਯੌਗਿਕ ਦਾ ਨਿਰਮਾਣ ਨਹੀਂ ਹੁੰਦਾ, ਬਟ ਜਿਹੜੇ ਕੰਪਾਊਂਡਸ ਹਨ ਉਹਨਾਂ ਵਿੱਚ ਐਲੀਮੈਂਟਸ ਜਿਹੜੇ ਆ ਰਿਐਕਟ ਕਰਕੇ ਨਵਾਂ ਯੌਗਿਕ ਬਣਾਉਂਦੇ ਹਨ। ਸੈਕਿੰਡ ਪੁਆਇੰਟ ਇਜ਼ ਅ ਮਿਕਸਚਰ ਹੈਜ਼ ਅ ਵੇਰੀਏਬਲ ਕੰਪੋਜੀਸ਼ਨ। ਮਿਸ਼ਰਣ ਦੀ ਬਣਤਰ ਬਦਲਦੀ ਰਹਿੰਦੀ ਹੈ। The composition of each new substance is always fixed in compounds। ਨਵੇਂ ਪਦਾਰਥਾਂ ਦੀ ਬਣਤਰ ਹਮੇਸ਼ਾ ਯੌਗਿਕ ਵਿੱਚ ਸਥਾਈ ਰਹਿੰਦੀ ਹੈ। ਫਿਰ a mixture shows the properties of the constituent substances। ਜਿਹੜਾ ਮਿਸ਼ਰਣ ਹੈ ਉਸ ਵਿੱਚ ਮਿਲਣ ਵਾਲੇ ਘਟਕਾਂ ਦੇ ਗੁਣਾਂ ਨੂੰ ਉਹ ਦਰਸਾਉਂਦਾ ਹੈ। The new substance has totally different properties in case of compounds। ਬੇਟਾ ਯੌਗਿਕ ਦੇ ਕੇਸ ਵਿੱਚ ਜਿਹੜੇ ਨਵੇਂ ਪਦਾਰਥ ਬਣਦੇ ਹਨ ਉਹਨਾਂ ਦੇ ਗੁਣ ਜਿਹੜੇ ਹੈ ਉਹ ਤੱਤਾਂ ਤੋਂ ਬਿਲਕੁਲ ਵੱਖ ਹੁੰਦੇ ਹਨ। ਜਿਸ ਤਰ੍ਹਾਂ ਪਾਣੀ ਜਿਹੜਾ ਹੈ ਹਾਈਡਰੋਜਨ ਅਤੇ ਆਕਸੀਜਨ ਦੇ ਮਿਲਣ ਨਾਲ ਬਣਦਾ ਹੈ। ਇੱਕ ਖਾਸ ਅਨੁਪਾਤ ਵਿੱਚ ਹਾਈਡਰੋਜਨ ਅਤੇ ਆਕਸੀਜਨ ਮਿਲਦੇ ਹਨ ਅਤੇ ਪਾਣੀ ਬਣਾਉਂਦੇ ਹਨ, ਪਰ ਹਾਈਡਰੋਜਨ ਅਤੇ ਆਕਸੀਜਨ ਦੇ ਜਿਹੜੇ ਗੁਣ ਹਨ ਉਹ ਬਿਲਕੁਲ ਅਲੱਗ ਹਨ ਅਤੇ ਜਿਹੜਾ ਨਵਾਂ ਯੌਗਿਕ ਬਣਦਾ ਪਾਣੀ, ਉਸਦੇ ਗੁਣ ਬਿਲਕੁਲ ਅਲੱਗ ਹੁੰਦੇ ਹਨ। ਨੈਕਸਟ, ਰਾਈਟ ਅ ਸ਼ਾਰਟ ਨੋਟ ਔਨ ਨਿਊਟਨਸ ਸੈਕਿੰਡ ਲਾਅ ਆਫ ਮੋਸ਼ਨ, ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ। ਹੇਠ ਲਿਖਿਆਂ 'ਤੇ ਸੰਖੇਪ ਨੋਟ ਲਿਖੋ। ਨਿਊਟਨ ਦਾ ਗਤੀ ਦਾ ਦੂਜਾ ਨਿਯਮ, ਸੰਵੇਗ ਦਾ ਸੁਰੱਖਿਅਨ ਨਿਯਮ। ਬੇਟਾ ਨਿਊਟਨਸ ਸੈਕਿੰਡ ਲਾਅ ਆਫ ਮੋਸ਼ਨ ਕੀ ਕਹਿੰਦਾ ਹੈ? ਦ ਰੇਟ ਆਫ ਚੇਂਜ ਆਫ ਮੋਮੈਂਟਮ of a body is directly proportional to the applied force and takes place in the direction in which the force acts। ਬੇਟਾ ਕਿਸੇ ਵਸਤੂ ਦੇ ਸੰਵੇਗ ਵਿੱਚ ਪਰਿਵਰਤਨ ਦੀ ਦਰ ਉਸ ਉੱਤੇ ਲਗਾਏ ਗਏ ਬਾਹਰੀ ਅਸੰਤੁਲਿਤ ਬਲ ਦੇ ਅਨੁਪਾਤੀ ਅਤੇ ਲਗਾਏ ਗਏ ਬਲ ਦੀ ਦਿਸ਼ਾ ਵਿੱਚ ਹੁੰਦੀ ਹੈ। ਸੋ F is equal to M multiply A। ਇੱਥੇ ਜਿਹੜਾ F ਹੈ ਉਹ ਫੋਰਸ ਮਤਲਬ ਬਲ ਹੈ, M ਹੈ ਮਾਸ ਮਤਲਬ ਪੁੰਜ, ਅਤੇ A ਹੈ ਐਸਲਰੇਸ਼ਨ ਮਤਲਬ ਪ੍ਰਵੇਗ। ਨਾਓ ਲਾਸਟ ਇਜ਼ ਲਾਅ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ। The sum of momenta of two objects before collision is equal to the sum of momenta after the collision provided no external unbalanced force acting on them। ਦੋ ਵਸਤੂਆਂ ਦੇ ਟਕਰਾਉਣ ਤੋਂ ਪਹਿਲਾਂ ਕੁੱਲ ਸੰਵੇਗ ਦਾ ਜੋੜ ਅਤੇ ਦੋ ਵਸਤੂਆਂ ਦੇ ਟਕਰਾਉਣ ਤੋਂ ਬਾਅਦ ਕੁੱਲ ਸੰਵੇਗ ਦਾ ਜੋੜ ਬਰਾਬਰ ਹੁੰਦਾ ਹੈ।
ਜੇਕਰ ਉਹਨਾਂ 'ਤੇ ਕੋਈ ਅਸੰਤੁਲਿਤ ਬਲ ਕਾਰਜ ਨਾ ਕਰ ਰਿਹਾ ਹੋਵੇ। ਇਹ ਕਹਿੰਦਾ ਹੈ ਸੰਵੇਗ ਦਾ ਸੁਰੱਖਿਅਨ ਦਾ ਨਿਯਮ। ਬੇਟਾ ਉਮੀਦ ਕਰਦੀ ਹਾਂ ਸਾਰੇ ਕੁਐਸਚਨਸ ਤੁਹਾਨੂੰ ਹੁਣ ਕਲੀਅਰ ਹੋ ਗਏ ਹੋਣਗੇ। ਤੁਸੀਂ ਇਹ ਸਾਰੇ ਕੁਐਸਚਨਸ ਆਪਣੀ ਨੀਟ ਕਾਪੀ ਵਿੱਚ ਲਿਖ ਲੈਣੇ ਹੈ ਅਤੇ ਇਹਨਾਂ ਨੂੰ ਯਾਦ ਵੀ ਕਰ ਲੈਣਾ ਹੈ। ਥੈਂਕ ਯੂ ਵੈਰੀ ਮੱਚ।